पंजाब ਦਾ ਸਭ ਤੋਂ ਨਵਾਂ ਐਕਸਪੈਰੀਮੈਂਟ ਜੋ ਇਸ ਵਕਤ ਹੋਇਆ ਹੈ ਸਿਨੇਮਾ ਦੇ ਵਿੱਚ ਜ਼ੋਂਬੀਲੈਂਡ। ਪਿੰਡ ਪਿਆ ਸਾਰਾ ਜ਼ੋਂਬੀਲੈਂਡ ਬਣਿਆ। ਜ਼ੋਂਬੀਲੈਂਡ ਫਿਲਮ ਲੱਗੀ ਹੋਈ ਆ। ਪਿੰਡ ਪਿਆ ਸਾਰਾ ਜ਼ੋਂਬੀਲੈਂਡ ਬਣਿਆ। ਜ਼ੋਂਬੀਲੈਂਡ ਬਹੁਤ ਵਧੀਆ ਫਿਲਮ ਹੈ, ਬਹੁਤ ਵਧੀਆ ਮੂਵੀ ਹੈ। ਨਹੀਂ ਐਂਟਰਟੇਨਿੰਗ ਮੂਵੀ ਆ ਨਾ, ਮੂਵੀਜ਼ ਦੇਖਣਾ ਮੈਂ ਖਾਸ ਤੌਰ ਤੇ ਪਸੰਦ ਕਰਦੀ। ਜ਼ੋਂਬੀਲੈਂਡ ਦੀ ਗੱਲ ਕਰੀਏ ਤਾਂ ਦੇਖੋ ਇਸ ਦੇ ਵਿੱਚ ਬਹੁਤ ਸਾਰੇ ਵਧੀਆ ਕਲਾਕਾਰਾਂ ਨੇ ਕੰਮ ਕੀਤਾ ਹੈ ਤੇ ਬਹੁਤ ਕੋਸ਼ਿਸ਼ ਦੇ ਨਾਲ ਵਧੀਆ ਐਕਸਪੈਰੀਮੈਂਟ ਕਰਕੇ ਇੱਕ ਖੂਬਸੂਰਤ ਮੂਵੀ ਲੈ ਕੇ ਆਇਆ ਹੈ ਵਿਦ ਗੁੱਡ ਸਬਜੈਕਟ। ਕੋਕੋ ਦੇ ਪਿੰਡ ਚੱਲਿਆ ਕੋਕੋ ਨੂੰ ਬਚਾਉਣ। ਜੇ ਤੇਰੀ ਕੋਕੋ ਕਰ ਦਿਓ ਫਿਰ ਕੀ ਕਰਾਂਗੇ ਤੂੰ? ਮੇਰਾ ਦਿਲ कहता है मेरे कोको ਨੂੰ ਕੁਝ ਨਹੀਂ ਹੋਇਆ ਹੋਣਾ। ਜ਼ਿਆਦਾਤਰ ਨਾਰਮਲੀ ਇਹ ਹੁੰਦਾ ਕਿ ਵੀ ਕਾਮੇਡੀ ਹੁੰਦੀ ਹੈ, ਕਾਮੇਡੀ ਤੋਂ ਇਲਾਵਾ ਕੁਝ ਨਹੀਂ ਹੁੰਦਾ, ਪਰ ਇਸ ਮੂਵੀ ਦੇ ਵਿੱਚ ਕਾਮੇਡੀ ਤੋਂ ਇਲਾਵਾ ਵੀ ਬਹੁਤ ਕੁਝ ਹੈ ਔਰ ਸਿੱਖਣ ਲਈ ਵੀ ਬਹੁਤ ਕੁਝ ਹੈ। ਸੋ ਇਸੇ ਕਰਕੇ ਇਸ ਮੂਵੀ ਦਾ ਨਾਮ ਹੈਗਾ ਜੀ ਜ਼ੋਂਬੀਲੈਂਡ। ਜ਼ੋਂਬੀਲੈਂਡ ਦੇ ਬਾਰੇ ਗੱਲ ਕਰੀਏ, ਦੇਖੋ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਹੁਤ ਵਧੀਆ ਵੀ ਲੱਗੀਆਂ ਨੇ। ਮਤਲਬ ਐ ਲੱਗਿਆ ਕਿ ਯਾਰ ਇਸ ਨੂੰ ਤਾਂ ਸਭ ਨੂੰ ਦਿਖਾਉਣਾ ਚਾਹੀਦਾ। ਇਹ ਮੂਵੀ ਇੰਨੀ ਘੈਂਟ ਹੈ ਕਿ ਹਰ ਇੱਕ ਬੰਦਾ ਇਸ ਮੂਵੀ ਨੂੰ ਦੇਖੇ ਹੀ ਦੇਖੇ। ਤੇ ਕੁਝ ਚੀਜ਼ਾਂ ਇਦਾਂ ਦੀ ਲੱਗੀਆਂ ਯਾਰ ਵੀ ਇਹ ਕਿਤੇ ਨਾ ਕਿਤੇ ਪ੍ਰੋਬਲਮ ਹੈਗੀਆਂ ਨੇ, ਇਹਨਾਂ ਨੂੰ ਵੀ ਤੁਹਾਨੂੰ ਫੇਸ ਕਰਨਾ ਪਏਗਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਬਜੈਕਟ ਇੰਨਾ ਗੁੱਡ ਹੈ ਤਾਂ ਅਸੀਂ ਸਾਰੀਆਂ ਚੀਜ਼ਾਂ ਮਾਫ ਕਰ ਦਈਏ ਕਿ ਵੀ ਨਹੀਂ ਯਾਰ ਸਬਜੈਕਟ ਗੁੱਡ ਹੈ ਇਸ ਕਰਕੇ ਅਸੀਂ ਡਾਇਰੈਕਸ਼ਨ ਬਾਰੇ ਗੱਲ ਕਰ ਦਈਏ ਵੀ ਨਹੀਂ ਕੋਈ ਗੱਲ ਨਹੀਂ, ਡਾਇਰੈਕਸ਼ਨ ਨੂੰ ਛੱਡੋ ਯਾਰ ਸਬਜੈਕਟ ਗੁੱਡ ਹੈ। ਠੀਕ ਹੈ, ਸਬਜੈਕਟ ਟੂ ਗੁੱਡ ਹੈ, ਪਰ ਜਿਸ ਤਰੀਕੇ ਨਾਲ ਤੁਸੀਂ ਨਿਭਾਇਆ ਉਹ ਵੀ ਬਹੁਤ ਗੁੱਡ ਹੈ ਕਿ ਇੱਕ ਜ਼ੋਂਬੀ ਦਾ ਕਨਸੈਪਟ ਲਿਆ ਕੇ ਇੱਕ ਵਧੀਆ ਤਰੀਕੇ ਦਾ ਸਬਜੈਕਟ ਲੋਕਾਂ ਦੇ ਅੱਗੇ ਰੱਖ ਦੇਣਾ, ਉਹ ਕਾਬਲੇ ਤਾਰੀਫ ਹੈ। ਸਭ ਕੁਝ ਬਹੁਤ ਵਧੀਆ ਹੈ, ਤੁਸੀਂ ਮੂਵੀ ਦੇ ਵਿੱਚ ਬਿਲਕੁਲ ਬੋਰ ਨਹੀਂ ਹੋਗੇ। 101% ਸ਼ੋਰ ਹੈ ਤੁਹਾਨੂੰ ਇੰਟਰਵੈਲ ਤੱਕ ਤਾਂ ਪਤਾ ਹੀ ਨਹੀਂ ਚੱਲੇਗਾ ਕਿ ਵੀ ਯਾਰ ਇੰਟਰਵੈਲ ਆ ਗਿਆ। ਔਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਾਰੀ ਫਿਲਮ ਤੁਹਾਨੂੰ ਫੁੱਲ ਟਾਈਮ ਤੁਹਾਨੂੰ ਐਂਟਰਟੇਨ ਕਰੇਗੀ ਹੀ ਕਰੇਗੀ, ਇਹ ਗਰੰਟਡ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਥੋੜੇ ਉਸਦੇ ਪਾਰਟਸ ਸੀਗੇ ਮੂਵੀ ਦੇ ਵਿੱਚ, ਕੀ ਚੀਜ਼ਾਂ ਚੰਗੀਆਂ ਨੇ ਕੀ ਮਾੜੀਆਂ ਨੇ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਇਸ ਮੂਵੀ ਦੇ ਵਿੱਚ ਜਿਹੜੀ ਮੂਵੀ ਦੀ ਸਟੋਰੀ ਹੈ। ਮੂਵੀ ਦੀ ਸਟੋਰੀ ਦੀ ਗੱਲ ਕਰੀਏ ਤਾਂ ਮੂਵੀ ਦੇ ਵਿੱਚ ਕੁਝ ਅਲੱਗ ਸਟੋਰੀ ਨਹੀਂ ਹੈ, ਤੁਹਾਨੂੰ ਵਨ ਲਾਈਨ ਸਟੋਰੀ ਹੈ ਇਸ ਦੀ ਵੀ। ਵਨ ਲਾਈਨ ਸਟੋਰੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਯਾਰ ਵੀ ਕੋਈ ਨਾ ਕੋਈ ਇਦਾਂ ਦਾ ਵਾਰਦਾਤ ਹੋਈ ਹੋਏਗੀ ਜਾਂ ਕੁਝ ਨਾ ਕੁਝ ਇਦਾਂ ਦਾ ਹੋਇਆ ਹੋਏਗਾ ਜਿਸ ਕਰਕੇ ਸਾਰੇ ਜ਼ੋਂਬੀ ਬਣਨਾ ਸ਼ੁਰੂ ਹੋ ਜਾਂਦੇ ਨੇ। ਤੇ ਜ਼ੋਂਬੀਆਂ ਦੇ ਵਿੱਚ ਇਹ ਜੋ ਸਾਡੇ ਹੀਰੋ ਨੇ, ਜੋ ਸਾਡੇ ਸਾਰੇ ਪ੍ਰੋਟੈਗਨਿਸਟ ਨੇ, ਉਹ ਕੀ ਕਰ ਰਹੇ ਨੇ, ਉਹ ਇਸ ਮੂਵੀ ਦੀ ਕਹਾਣੀ ਹੈ। ਤਾਂ ਕੀ ਹੋਇਆ ਕੀ ਨਹੀਂ ਹੋਇਆ ਉਹ ਤੁਹਾਨੂੰ ਇਸ ਮੂਵੀ ਦੇ ਵਿੱਚ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਇਸ ਮੂਵੀ ਦੇ ਵਿੱਚ ਜਿਹੜੇ ਐਕਟਰਾਂ ਨੇ ਕਿਵੇਂ ਕੰਮ ਕੀਤਾ, ਯਾਰ ਮੈਂ ਕਹੂੰਗਾ ਬਹੁਤ ਖੂਬਸੂਰਤ ਕੰਮ ਕੀਤਾ, ਵਧੀਆ ਕੰਮ ਕੀਤਾ, ਸਾਰੇ ਜੱਚ ਰਹੇ ਨੇ, ਅੱਛਾ ਲੱਗ ਰਿਹਾ। ਤੁਸੀਂ ਸਕਰੀਨ ਤੇ ਦੇਖ ਕੇ ਕਿਸੇ ਨੂੰ ਵੀ ਬੋਰ ਨਹੀਂ ਮਹਿਸੂਸ ਹੁੰਦਾ ਤੁਹਾਨੂੰ ਕਿ ਵੀ ਯਾਰ ਇਹ ਬੰਦਾ ਕੀ ਕਰ ਰਿਹਾ ਇੱਥੇ। ਤੁਹਾਨੂੰ ਹਰ ਇੱਕ ਬੰਦੇ ਦੀ ਪ੍ਰੈਜ਼ੈਂਸ ਤੁਹਾਨੂੰ ਫੀਲ ਹੁੰਦੀ ਹੈ ਔਰ ਤੁਸੀਂ ਇਸ ਨੂੰ ਇੰਜੋਏ ਕਰਦੇ ਹੀ ਕਰਦੇ ਹੋ, ਚਾਹੇ ਕੋਈ ਵੀ ਹੋਵੇ। ਜੇ ਗੱਲ ਕਰੀਏ ਹੁਣ ਇਸ ਤੋਂ ਬਾਅਦ ਡਾਇਰੈਕਸ਼ਨ ਦੀ, ਤਾਂ ਦੇਖੋ ਡਾਇਰੈਕਸ਼ਨ ਬਹੁਤ ਵਧੀਆ ਲੱਗਦੀ ਹੈ, ਖਾਸ ਕਰ ਜਦੋਂ ਮੂਵੀ ਸਟਾਰਟ ਹੁੰਦੀ ਹੈ। ਜਦੋਂ ਜ਼ੋਂਬੀ ਬਣਨਾ ਕੰਮ ਸ਼ੁਰੂ ਹੁੰਦਾ ਨਾ ਤਦ ਲੱਗਦਾ ਕਿ ਯਾਰ ਵੀ ਆਹ ਕੁਝ ਸਮਥਿੰਗ ਹੋ ਗਿਆ, ਮਤਲਬ ਹੁਣ ਆਏਗਾ ਨਜ਼ਾਰਾ। ਇੰਟਰਵਲ ਤੋਂ ਪਹਿਲਾਂ ਦੀ ਜਿਹੜੀ ਜਿੰਨੀ ਵੀ ਡਾਇਰੈਕਸ਼ਨ ਉਹ ਏਡੀ ਸੋਹਣੀ ਡਾਇਰੈਕਸ਼ਨ ਹੈ। ਇਸੇ ਕਰਕੇ ਜਦੋਂ ਵੀ ਇਸ ਮੂਵੀ ਦਾ ਇੰਟਰਵਲ ਹੋਇਆ ਮੈਂ ਬਹੁਤ ਜਣਿਆਂ ਤੋਂ ਸੁਣਿਆ, ਸਾਰੇ ਕਹਿੰਦੇ ਕਿ ਯਾਰ ਇੰਟਰਵਲ ਪਤਾ ਹੀ ਨਹੀਂ ਲੱਗਿਆ ਕਦੋਂ ਆਏਗਾ। ਯਾਰ ਇੰਟਰਵਲ ਤੱਕ ਤਾਂ ਸਾਨੂੰ ਫਿਲਮ ਦਾ ਹੀ ਨਹੀਂ ਪਤਾ ਲੱਗਿਆ, ਯਾਰ ਫਿਲਮ ਇੰਨੀ ਜਲਦੀ ਅਸੀਂ ਨਿਬੇੜਤੀ ਹੈ ਫਿਲਮ, ਹੈ ਨਾ। ਮਤਲਬ ਇਹ ਹਰ ਇੱਕ ਬੰਦੇ ਤੋਂ ਸੁਣਿਆ ਕਿਉਂਕਿ ਇੰਟਰਵਲ ਤੋਂ ਪਹਿਲਾਂ ਦੀ ਚਾਹੇ ਉਹ ਡਾਇਰੈਕਸ਼ਨ ਹੈ ਚਾਹੇ ਉਹ ਐਡੀਟਿੰਗ ਹੈ, ਹਰ ਇੱਕ ਚੀਜ਼ ਬਹੁਤ ਖੂਬਸੂਰਤ ਹੈ। ਵਿਨੋ ਢਿੱਲੋਂ ਦਾ ਜਿਹੜਾ ਕਰੈਕਟਰ ਹੈ, ਇੱਕ ਜਿਹੜਾ ਕੀ ਕਹਿੰਦੇ ਉਹ ਬੰਦੇ ਨਾਲ ਬੰਦਾ ਜੋੜਨ ਵਾਲੀ ਕੰਪਨੀ ਵਾਲਾ ਜਿਹੜਾ ਸਾਰਾ ਹਿਸਾਬ ਤਾਂ ਉਹ ਬਹੁਤ ਵਧੀਆ ਜੱਚਦਾ, ਬਹੁਤ ਵਧੀਆ ਜਾਂਦਾ ਸਾਰਾ ਕੁਝ। ਪਰ ਜਦੋਂ ਇੰਟਰਵਲ ਤੋਂ ਬਾਅਦ ਫਿਲਮ ਸਟਾਰਟ ਹੁੰਦੀ ਹੈ ਨਾ ਉਸ ਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਰੈਕਟਰਸ ਦੀਆਂ ਪ੍ਰੋਬਲਮਸ ਦਿਖਣ ਲੱਗ ਜਾਂਦੀਆਂ ਨੇ, ਕਰੈਕਟਰਸ ਕਿਤੇ ਢਿੱਲੇ ਨਜ਼ਰ ਆ ਰਹੇ ਨੇ। ਮਤਲਬ ਵਿਨੋ ਢਿੱਲੋਂ ਠੀਕ ਹੈ ਜੀ, ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਦੇਖੋ ਇਸ ਮੂਵੀ ਦੇ ਵਿੱਚ ਉਹ ਮੇਨ ਹੀਰੋ ਸੀਗੇ, ਮੈਨੂੰ ਲੱਗਦਾ ਕਿ ਵੀ ਉਹਨਾਂ ਨੂੰ ਉਸ ਤਰੀਕੇ ਨਾਲ ਉਭਾਰਨਾ ਚਾਹੀਦਾ ਸੀਗਾ। ਇਸ ਮੂਵੀ ਦੇ ਵਿੱਚ ਕਿਤੇ ਨਾ ਕਿਤੇ ਕਾਲਾ ਕੋਟ ਕਿਉਂ ਨਹੀਂ ਪਾਇਆ, ਉਹ ਕਿਤੇ ਨਾ ਕਿਤੇ ਝਲਕ ਜੀ ਨਜ਼ਰ ਆਉਂਦੀ ਹੈ ਜੇ ਤੁਸੀਂ ਉਸ ਨੂੰ ਧਿਆਨ ਨਾਲ ਦੇਖੋਗੇ ਉਸ ਮੂਵੀ ਦੇ ਵਿੱਚ। ਗੱਲ ਕਰੀਏ ਜੇ ਸਟੋਰੀ ਦੀ, ਤਾਂ ਸਟੋਰੀ ਦੇ ਵਿੱਚ ਮੈਨੂੰ ਬੜੀ ਕਨਫਿਊਜ਼ਨ ਜੀ ਲੱਗੀ। ਦੇਖੋ ਕੋਈ ਮਤਲਬ ਇਦਾਂ ਦੀ ਮੂਵੀਜ਼ ਹੁੰਦੀਆਂ ਨੇ ਨਾ ਜਿਹੜੀਆਂ ਇੱਕ ਨਵੇਂ ਵਰਲਡ ਦੇ ਲਈ ਇੰਟਰੋਡਿਊਸ ਕਰਦੀਆਂ ਨੇ ਕਿ ਵੀ ਇੱਕ ਨਵੀਂ ਦੁਨੀਆ, ਤਾਂ ਨਵੀਂ ਦੁਨੀਆ ਦੇ ਰੂਲਸ ਐਂਡ ਰੈਗੂਲੇਸ਼ਨਸ ਪਹਿਲਾਂ ਦੱਸੇ ਜਾਂਦੇ ਆ ਹੀਰੋ ਵੱਲੋਂ ਜਾਂ ਵਿਲਨ ਵੱਲੋਂ ਜਾਂ ਕਿਸੇ ਦੇ ਵੱਲੋਂ ਬੁਲਾਏ ਜਾਂਦੇ ਨੇ ਕਿ ਇੱਥੇ ਇਦਾਂ ਦਾ ਹਾਲਾਤ ਨੇ, ਇੱਥੇ ਇਦਾਂ ਹੁੰਦਾ ਆ, ਇਹਦੇ ਇਹ ਕਾਨੂੰਨ ਨੇ। ਜਿਹਦਾ ਮੰਨ ਲਓ ਕਿ ਸਟਾਰਟਿੰਗ ਦੇ ਵਿੱਚ ਉਸ ਕੁੜੀ ਤੋਂ ਬੁਲਵਾਇਆ ਗਿਆ ਜੋ ਇੱਕ ਸੀਨੀਅਰ ਡਾਕਟਰ, ਉਹਨਾਂ ਨੇ ਬੋਲਿਆ ਕਿ ਵੀ ਹਾਂ ਇਹ ਇਦਾਂ ਕਰਕੇ ਮਤਲਬ ਕਿ ਮੱਝਾਂ ਦੇ ਵਿੱਚ ਇਹ ਵਾਇਰਸ ਗਿਆ ਆ, ਤਾਂ ਇਸ ਕਰਕੇ ਉਸ ਤੋਂ ਬਾਅਦ ਮਤਲਬ ਬੰਦਿਆਂ ਚ ਆ ਰਿਹਾ ਹੈ, ਤਾਂ ਬੰਦਿਆਂ ਦੇ ਵਿੱਚ ਕੀ ਸਿੰਪਟਮਸ ਹੋ ਸਕਦੇ, ਉਹ ਕੀ ਕਰ ਸਕਦੇ, ਸਾਰੀਆਂ ਚੀਜ਼ਾਂ ਉਹਨਾਂ ਨੇ ਬੁਲਵਾਈਆਂ, ਸਮਝਾਇਆ ਆ। ਫਿਰ ਉਹ ਵਿੱਚ ਉਹਨੂੰ ਇੰਟਰੋਡਿਊਸ ਵੀ ਕਰਦੇ ਰਹਿੰਦੇ ਬਾਰ-ਬਾਰ ਕਿ ਵੀ ਇਹ ਬੰਦੇ ਆ, ਇਹ ਸਿਰਫ ਆਵਾਜ਼ਾਂ ਤੇ ਵੱਲ ਧਿਆਨ ਜਾਂਦਾ ਇਹਨਾਂ ਦਾ ਦਿਮਾਗ ਏਦਾਂ ਕੰਮ ਨਹੀਂ ਕਰਦਾ। ਪਰ ਉਹ ਬਹੁਤ ਵਾਰ ਆਪਣੇ ਆਪ ਨੂੰ ਕੰਟਰਾਡਿਕਟ ਕਰਦੇ
ਨੇ। ਕਾਫੀ ਵਾਰ ਤਾਂ ਜ਼ੋਂਬੀ ਇੰਨੇ ਜ਼ਿਆਦਾ ਸਮਝਦਾਰ ਲੱਗਦੇ ਆ ਕਿ ਵੀ ਉਹ ਪ੍ਰੋਪਰ ਅੰਡਰਸਟੈਂਡ ਕਰ ਰਹੇ ਆ, ਬੰਦੇ ਦੇ ਪਿੱਛੇ ਭੱਜ ਰਹੇ ਆ, ਪੌੜੀਆਂ 'ਚ ਜਿੱਧਰ ਨੂੰ ਜਾ ਰਹੇ ਉੱਧਰ ਨੂੰ ਜਾ ਰਹੇ ਆ, ਚਾਹੇ ਉਹ ਕੋਈ ਆਵਾਜ਼ ਵੀ ਨਹੀਂ ਕਰ ਰਹੇ ਪਰ ਉਹ ਆਵਾਜ਼ ਨੂੰ ਵੀ ਰਿਸਪੌਂਸ ਮਤਲਬ ਬਿਨਾਂ ਉਸ ਤੋਂ ਆਵਾਜ਼ ਤੋਂ ਵੀ ਉਹ ਰਿਸਪੌਂਸ ਦੇ ਰਹੇ ਆ। ਸਮਟਾਈਮ ਜ਼ੋਂਬੀ ਮਤਲਬ ਕਿ ਇੱਦਾਂ ਹੋ ਜਾਂਦੇ ਨੇ ਕਿ ਜਿੱਦਾਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਹੈ ਤੇ ਉਹ ਕਿਸੇ ਚੀਜ਼ ਤੋਂ ਵੀ ਮਤਲਬ ਨਿੱਕੀ ਜੀ ਚੀਜ਼ ਤੋਂ ਵੀ ਬਿਨਾਂ ਮਤਲਬ ਕੁਝ ਵੀ ਸਮਝ ਨਹੀਂ ਲੱਗ ਰਿਹਾ ਉਹ ਕਿਸ ਚੀਜ਼ ਤੋਂ ਰਿਸਪੌਂਸ ਦਿੰਦੇ, ਕਿਸ ਚੀਜ਼ ਤੋਂ ਰਿਸਪੌਂਸ ਨਹੀਂ ਦਿੰਦੇ। ਕਾਫੀ ਵਾਰ ਹੁੰਦਾ ਕਿ ਵੀ ਉਹਨਾਂ ਦਾ ਦਿਮਾਗ ਬਹੁਤ ਵਧੀਆ ਇੰਟੈਲੀਜੈਂਟ ਤਰੀਕੇ ਨਾਲ ਉਹ ਬੰਦੇ ਨੂੰ ਘੇਰ ਕੇ ਫੜ ਰਹੇ ਨੇ, ਕਾਫੀ ਵਾਰ ਉਹ ਇਦਾਂ ਹੀ ਕਮਲਿਆਂ ਵਾਂਗੂ ਘੁੰਮੀ ਜਾ ਰਹੇ ਨੇ। ਮਤਲਬ ਕਿ ਮੈਨੂੰ ਇਹ ਲੱਗਿਆ ਕਿ ਵੀ ਕੰਟੀਨਿਊਟੀ ਨਹੀਂ ਸੀਗੀ ਜ਼ੋਂਬੀਆਂ ਦੀ ਆਪਸ ਦੇ ਵਿੱਚ, ਕਿ ਜ਼ੋਂਬੀ ਕਦੇ ਕੁਛ ਕਰ ਰਹੇ ਨੇ, ਕਦੇ ਜ਼ੋਂਬੀ ਕਦੇ ਕੁਛ ਕਰ ਰਹੇ ਆ। ਇਹ ਚੀਜ਼ ਦੀ ਮੈਨੂੰ ਪਰਸਨਲੀ ਕਮੀ ਮਹਿਸੂਸ ਹੋਈ ਹੈ ਇਸ ਮੂਵੀ ਦੇ ਵਿੱਚ। ਬਾਕੀ ਜਿਨ੍ਹਾਂ ਨੇ ਦੇਖੀ ਹੈ ਮੂਵੀ, ਤੁਸੀਂ ਵੀ ਆਪਣਾ ਰਿਵਿਊ ਛੱਡਿਓ ਜ਼ਰੂਰ ਕਿ ਤੁਹਾਨੂੰ ਕੀ ਲੱਗਦਾ ਕਿ ਵੀ ਜ਼ੋਂਬੀਆਂ ਦੀ ਕੰਟੀਨਿਊਟੀ ਪ੍ਰੋਪਰ ਸੀ ਕਿ ਜਾਂ ਜ਼ੋਂਬੀ ਕਿਤੇ ਨਾ ਕਿਤੇ ਥੋੜੇ ਬਹੁਤੇ ਉੱਪਰ ਥੱਲੇ ਹੋਏ ਆ। ਪਰ ਓਵਰਆਲ ਦੀ ਗੱਲ ਕਰੀਏ ਤਾਂ ਮੂਵੀ ਯਾਰ ਮਸਟ ਵਾਚ ਮੂਵੀ ਹੈ, ਕਿਉਂਕਿ ਜੋ ਇਸ ਦੇ ਵਿੱਚ ਮੈਸੇਜ ਦਿੱਤਾ ਉਹ ਸਾਰੀਆਂ ਚੀਜ਼ਾਂ ਤੋਂ ਉੱਪਰ ਹੈ। ਉਹ ਮੈਸੇਜ ਤੁਹਾਨੂੰ ਸਾਰਿਆਂ ਨੂੰ ਸਪਰੈਡ ਕਰਨਾ ਚਾਹੀਦਾ, ਹਰ ਇੱਕ ਬੰਦੇ ਨੂੰ ਦੇਖਣਾ ਚਾਹੀਦਾ ਆ। ਕਮੀਆਂ ਪੇਸ਼ੀਆਂ ਹਰ ਇੱਕ ਚੀਜ਼ ਦੇ ਵਿੱਚ ਹੁੰਦੀਆਂ ਨੇ, ਕਮੀ ਪੇਸ਼ੀ ਦੇ ਕਰਕੇ ਅਸੀਂ ਕਿਸੇ ਨੂੰ ਨੈਗਲੈਕਟ ਨਹੀਂ ਕਰ ਸਕਦੇ, ਰਿਜੈਕਟ ਨਹੀਂ ਕਰ ਸਕਦੇ। ਸਾਨੂੰ ਉਸ ਦੇ ਨਾਲ ਵੀ ਜੇ ਅਸੀਂ ਕਿਸੇ ਇਨਸਾਨ ਨੂੰ ਅਪਣਾਉਣਾ ਹੈ ਤਾਂ ਸਾਨੂੰ ਮੂਵੀ ਨੂੰ ਵੀ ਉਸੇ ਤਰੀਕੇ ਨਾਲ ਅਪਣਾਉਣਾ ਚਾਹੀਦਾ, ਉਸਦੀ ਬੈਸਟ ਚੀਜ਼ਾਂ ਨੂੰ ਦੇਖ ਕੇ। ਇਸ ਕਰਕੇ ਜੋ ਇਸਦਾ ਬੈਸਟ ਆ ਉਹ ਬਹੁਤ ਗੁੱਡ ਆ, ਉਹ ਸਾਨੂੰ ਜ਼ਰੂਰ ਆਪਣੇ ਕਿਸਾਨ ਭਰਾਵਾਂ ਨੂੰ, ਸਾਨੂੰ, ਆਪਣੇ ਆਸ-ਪਾਸ ਨੂੰ, ਹਰ ਇੱਕ ਬੰਦੇ ਨੂੰ ਦੇਖਣਾ ਚਾਹੀਦਾ ਹੈ। ਤੇ ਇਸ ਕਰਕੇ ਇਸ ਮੂਵੀ ਨੂੰ ਜ਼ਰੂਰ ਜਾ ਕੇ ਥੀਏਟਰ ਦੇ ਵਿੱਚ ਵਾਚ ਕਰੋ ਤੇ ਦੱਸਿਓ ਰਿਵਿਊ ਲੋਕਾਂ ਨੂੰ, ਚਾਹੇ ਖੁਦ ਆ ਕੇ ਕਮੈਂਟ ਨਾ ਕਰਿਓ ਪਰ ਲੋਕਾਂ ਨੂੰ ਜ਼ਰੂਰ ਦੱਸਿਓ ਕਿ ਇਸ ਮੂਵੀ ਨੂੰ ਵਾਚ ਕਿਉਂ ਕਰਨਾ ਹੈ। ਇਹ ਤੁਹਾਨੂੰ ਸਿਨੇਮਾ ਥੀਏਟਰ ਦੇ ਵਿੱਚ ਜਾ ਕੇ ਪਤਾ ਲੱਗੇਗਾ, ਤਾਂ ਦੇਖੋ ਜ਼ਰੂਰ। ਇਸ ਤੋਂ ਬੈਸਟ ਹਜੇ ਮੈਨੂੰ ਲੱਗਦਾ ਬਹੁਤ ਟਾਈਮ ਤੋਂ ਬਾਅਦ ਮੈਂ ਇਦਾਂ ਦੀ ਪੰਜਾਬੀ ਫਿਲਮ ਦੇਖੀ ਹੈ ਜਿਹਨੂੰ ਮੈਂ ਦੇਖ ਕੇ ਕਿਹਾ ਹੋਊਗਾ ਫਾਈਨਲੀ ਥੀਏਟਰ 'ਚੋਂ ਦੇਖ ਕੇ ਕਿ ਮੇਰੇ ਪੈਸੇ ਅੱਜ ਵਸੂਲ ਹੋ ਗਏ। ਤਾਂ ਮੇਰੇ ਪੈਸੇ ਵਸੂਲ ਹੋਏ ਆ, ਤੁਸੀਂ ਦੱਸਿਓ ਕਿ ਤੁਹਾਡੇ ਪੈਸੇ ਵਸੂਲ ਹੋਏ ਜਾਂ ਤੁਸੀਂ ਸੋਚਦੇ ਕਿ ਨਹੀਂ ਯਾਰ ਜ਼ੋਂਬੀਆਂ ਨੇ ਪੈਸੇ ਖਾ ਲਏ।